ਪ੍ਰਾਈਮ ਇਤਾਲੀਆ ਚੈਨਲ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਅਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਵੋ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਟਲੀ ਦੇ ਵਿੱਚ 24 ਘੰਟਿਆਂ ਦੇ ਦੌਰਾਨ ਕਿੰਨੇ ਕੇਸਿਸ ਆਏ ਹਨ। ਇਟਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 28,632 ਕੇਸਿਸ ਆਏ ਹਨ ਅਤੇ 120 ਡੈਥ ਹੋਈਆਂ ਹਨ। ਤੇ ਇਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਹੈ ਕਿ ਮੰਡੇ ਤੋਂ ਵਨੀਤੋ, ਮਾਰਕੀ, ਲਗੂਰੀਆ ਅਤੇ ਤਰੈਂਤੋ ਯੈਲੋ ਜ਼ੋਨ ਦੇ ਵਿੱਚ ਚਲੇ ਜਾਣਗੇ। ਉਸ ਤੋਂ ਬਾਅਦ ਜੇਕਰ ਆਪਾਂ ਯੂਕੇ ਦੀ ਗੱਲ ਕਰੀਏ ਤਾਂ ਯੂਕੇ ਦੇ ਵਿੱਚ ਵੀ ਪਿਛਲੇ 24 ਘੰਟਿਆਂ ਦੇ ਦੌਰਾਨ 93,045 ਨਵੇਂ ਕੇਸਿਸ ਆਏ ਹਨ ਅਤੇ 111 ਡੈਥ ਹੋਈਆਂ ਹਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਡੈਨਮਾਰਕ ਤੋਂ। ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਹੈ ਕਿ ਅਨਾਊਂਸ ਕੀਤਾ ਹੈ ਕਿ ਥੀਏਟਰ, ਸਿਨੇਮਾਸ, ਕੌਂਸਰਟਸ ਹਾਲ, ਅਮਿਊਜ਼ਮੈਂਟ ਪਾਰਕਸ, ਮਿਊਜ਼ੀਅਮ ਅਤੇ ਆਰਟ ਗੈਲਰੀ ਜਿਹੜੀਆਂ ਹੈਗੀਆਂ ਆ ਕਰੋਨਾ ਵਾਇਰਸ ਦੇ ਨਵੇਂ ਸਵਰੂਪ 'ਤੇ ਫੈਲਣ ਤੋਂ ਬਾਅਦ ਇਹਨਾਂ ਨੂੰ ਹੁਣ ਬੰਦ ਕਰ ਦਿੱਤਾ ਜਾਵੇਗਾ। ਅਤੇ ਇੱਥੇ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਸ਼ੋਪਸ ਅਤੇ ਜਿਹੜੇ ਰੈਸਟੋਰੈਂਟਸ ਹੈਗੇ ਆ 2000 ਸਕੁਅਰ ਮੀਟਰ ਤੋਂ ਘੱਟ ਹਨ ਉਹਨਾਂ ਦੇ ਵਿੱਚ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਦੀ ਗਿਣਤੀ ਵੀ ਲਿਮਿਟਿਡ ਹੋਵੇਗੀ। ਅਤੇ ਉਹਨਾਂ ਦਾ ਕਹਿਣ ਦਾ ਮਕਸਦ ਇਹ ਹੈ ਕਿ ਛੁੱਟੀਆਂ ਦੇ ਦੌਰਾਨ ਕ੍ਰਿਸਮਿਸ ਅਤੇ ਛੁੱਟੀਆਂ ਦੇ ਦੌਰਾਨ ਲੋਕਾਂ ਦੇ ਵਿੱਚ ਜਿੰਨਾ ਸੋਸ਼ਲ ਕੰਟੈਕਟ ਘੱਟ ਹੋਵੇਗਾ ਓਨਾ ਹੀ ਵਧੀਆ ਹੋਵੇਗਾ। ਅਤੇ ਇਸ ਬੰਦ ਕਰਨ ਦਾ ਆਰਡਰ ਜਿਹੜਾ ਹੈਗਾ ਆ ਪਾਰਲੀਮੈਂਟ ਦੀ ਅਪਰੂਵਲ ਤੋਂ ਬਾਅਦ ਹੋਵੇਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਫੈਸਲਾ ਅੱਜ ਜਾਂ ਕੱਲ੍ਹ ਦੇ ਵਿੱਚ ਆ ਜਾਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਆਸਟਰੀਆ ਤੋਂ। ਆਸਟਰੀਆ ਦੇ ਵਿੱਚ ਜਿਹੜੇ ਲੋਕ ਵੈਕਸੀਨੇਟਡ ਹੋਣਗੇ ਉਹੀ ਹੁਣ ਕ੍ਰਿਸਮਿਸ ਅਤੇ ਨਿਊ ਈਅਰ ਦੇ ਜਿਹੜੇ ਈਵੈਂਟਸ ਹੈਗੇ ਆ, ਡਿਨਰਸ ਹੈਗੇ ਆ ਉਹਨਾਂ ਦੇ ਵਿੱਚ ਹਿੱਸਾ ਲੈ ਸਕਣਗੇ। ਅਤੇ ਜਿਹੜੇ ਲੋਕ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਉਹਨਾਂ ਨੂੰ ਦੁਬਾਰਾ ਉਸੇ ਤਰ੍ਹਾਂ ਹੀ ਲੋਕਡਾਊਨ ਵਿੱਚ ਰਹਿਣਾ ਪਵੇਗਾ ਛੁੱਟੀਆਂ ਦੇ ਦੌਰਾਨ ਵੀ। ਅਤੇ ਇਸ ਤੋਂ ਇਲਾਵਾ ਜਿਹੜੇ ਅਨਵੈਕਸੀਨੇਟਡ ਲੋਕ ਹੈ 24 ਤੋਂ 26 ਦਸੰਬਰ ਅਤੇ 31 ਦਸੰਬਰ ਨੂੰ ਆਪਣੇ ਜਿਹੜੇ ਉਹਨਾਂ ਦੇ ਰਿਲੇਟਿਵਸ ਹੈਗੇ ਆ ਉਹਨਾਂ ਨੂੰ ਮਿਲਣ ਲਈ ਜਾ ਸਕਦੇ ਹਨ। ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਵੈਕਸੀਨੇਟਡ ਅਤੇ ਇਸ ਬਿਮਾਰੀ ਤੋਂ ਕਿਉਰ ਹੋਏ ਲੋਕ ਹੈ ਉਹ ਗਰੁੱਪਸ ਦੇ ਵਿੱਚ ਮਿਲ ਸਕਦੇ ਹਨ, ਪਰ ਉਹਨਾਂ ਦਾ ਜਿਹੜਾ ਗਰੁੱਪ ਹੈ 10 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਅਤੇ ਜੇਕਰ ਉਹ ਡਿਨਰ ਕਰਦੇ ਹਨ ਆਪਸ ਦੇ ਵਿੱਚ ਤਾਂ ਜਿਹੜਾ ਡਿਨਰ ਵਿੱਚ 11 ਤੋਂ ਲੈ ਕੇ 25 ਵਿਅਕਤੀ ਹੀ ਸ਼ਾਮਲ ਹੋ ਸਕਦੇ ਹਨ। ਅਤੇ ਇਸ ਤੋਂ ਇਲਾਵਾ ਉੱਥੇ ਦੇ ਹੈਲਥ ਮਿਨਿਸਟਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਉਹ ਕਿਸੇ ਮੀਟਿੰਗਸ ਦੇ ਵਿੱਚ ਜਾਂਦੇ ਹਨ ਅਤੇ ਉਹਨਾਂ ਨੂੰ ਜਿਹੜੇ ਆਪਣਾ ਟੈਸਟ ਕਰਵਾ ਲੈਣਾ ਚਾਹੀਦਾ ਹੈ। ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਨਿਊ ਈਅਰ ਈਵ 'ਤੇ ਜਿਹੜਾ ਕਰਫਿਊ ਹੈਗਾ ਆ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇਟਲੀ ਤੋਂ। ਇਟਲੀ ਦੇ ਵਿੱਚ 20 ਦਸੰਬਰ ਯਾਨੀ ਕਿ ਸੋਮਵਾਰ ਤੋਂ ਮਾਰਕੇ ਜਿਹੜਾ ਰੀਜਨ ਹੈ ਉਹ ਯੈਲੋ ਜ਼ੋਨ ਦੇ ਵਿੱਚ ਪਾਸ ਕਰ ਰਿਹਾ ਹੈ। ਅਤੇ ਇਸ ਦੇ ਨਾਲ ਨਾਲ ਮਾਰਕੇ ਦੇ ਵਿੱਚ ਹੁਣ ਆਊਟਡੋਰ ਦੇ ਵਿੱਚ ਵੀ ਮਾਸਕ ਨੂੰ ਕੰਪਲਸਰੀ ਕਰ ਦਿੱਤਾ ਗਿਆ ਹੈ। ਇਸ ਲਈ ਜੇਕਰ ਤੁਸੀਂ ਵੀ ਮਾਰਕੇ ਰੀਜਨ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਵੀ ਆਊਟਡੋਰ ਦੇ ਵਿੱਚ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਇੰਡੀਆ ਤੋਂ। ਇੰਡੀਆ ਦੇ ਵਿੱਚ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ 'ਤੇ ਹੁਣ ਰੈਪਿਡ RT-PCR ਟੈਸਟ ਦੇ ਲਈ ਮਸ਼ੀਨਾਂ ਦੀ ਸੰਖਿਆ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ 120 ਤੋਂ ਵਧਾ ਕੇ 200 ਕਰ ਦਿੱਤੀ ਜਾਵੇਗੀ। ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦਿੱਲੀ ਏਅਰਪੋਰਟ 'ਤੇ ਜਿਹੜੇ ਕਰਮਚਾਰੀ ਹੈ ਉਹਨਾਂ ਦੀ ਸੰਖਿਆ ਵੀ 600 ਤੋਂ ਵਧਾ ਕੇ 750 ਤੱਕ ਕਰ ਦਿੱਤੀ ਜਾਵੇਗੀ। ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰੈਪਿਡ RT-PCR ਜਾਂਚ ਦੇ ਲਈ ਜਿਹੜੀ ਫੀਸ ਹੈਗੀ ਆ 1975 ਰੁਪਏ ਤੋਂ ਕਰ ਦਿੱਤੀ ਗਈ ਹੈ, ਜਿਹੜੀ ਕਿ ਪਹਿਲਾਂ 3900 ਰੁਪਏ ਹੁੰਦੀ ਸੀ। ਜਦਕਿ ਦਿੱਲੀ ਏਅਰਪੋਰਟ 'ਤੇ ਰੈਪਿਡ RT-PCR ਦੀ ਜਾਂਚ ਦੇ ਵਿੱਚ ਇੱਕ ਪੈਸੰਜਰ ਨੂੰ 3500 ਰੁਪਏ ਦਾ ਖਰਚ ਆਉਂਦਾ ਹੈ, ਪਰ ਉਹਨਾਂ ਦਾ ਜਿਹੜਾ ਰਿਜ਼ਲਟ ਹੈਗਾ 60 ਤੋਂ 90 ਮਿੰਟ ਦੇ ਵਿੱਚ ਆ ਜਾਂਦਾ ਹੈ। ਅਤੇ RT-PCR ਦੀ ਕੀਮਤ ਇੱਕ ਯਾਤਰੀ ਲਈ 500 ਰੁਪਏ ਹੈ। ਰਿਜ਼ਲਟ ਜਿਹੜਾ ਹੈਗਾ ਆ 6 ਘੰਟਿਆਂ ਦੇ ਵਿੱਚ ਆਉਂਦਾ ਹੈ। ਅਤੇ ਇਸ ਤੋਂ ਇਹ ਵੀ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰਿਸਕ ਵਾਲੀਆਂ ਕੰਟਰੀਜ਼ ਤੋਂ ਆਉਣ ਵਾਲੇ ਜਿਹੜੇ ਪੈਸੰਜਰਸ ਹੈਗੇ ਆ ਉਹਨਾਂ ਨੂੰ ਦਿੱਲੀ ਏਅਰਪੋਰਟ 'ਤੇ ਆਉਣ ਤੋਂ ਪਹਿਲਾਂ ਜ਼ਰੂਰੀ ਰੂਪ ਨਾਲ ਜਾਂਚ ਦੇ ਲਈ ਆਪਣੀ ਪਹਿਲਾਂ ਹੀ ਪ੍ਰੀ ਬੁਕਿੰਗ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਓਮਿਕਰੋਨ ਨੂੰ ਦੇਖਦੇ ਹੋਏ ਭਾਰਤ ਵਿੱਚ ਆਉਣ 'ਤੇ ਟੈਸਟਿੰਗ 'ਤੇ 7 ਦਿਨਾਂ ਦੀ ਹੋਮ ਕੁਆਰੰਟਾਈਨ ਨੂੰ ਲਾਜ਼ਮੀ ਪਹਿਲਾਂ ਹੀ ਕਰ ਦਿੱਤਾ ਸੀ, ਜਿਹੜੇ ਕਿ ਹਾਈ ਰਿਸਕ ਕੰਟਰੀਜ਼ ਦੇ ਵਿੱਚੋਂ ਇੰਡੀਆ ਵਿੱਚ ਆਉਂਦੇ ਹਨ। ਇਹ ਨਵੇਂ ਨਿਯਮ 1 ਦਸੰਬਰ 2021 ਤੋਂ ਲਾਗੂ ਹੋ ਚੁੱਕੇ ਹਨ। ਹੁਣ ਭਾਰਤ ਸਰਕਾਰ ਨੇ ਇਹ ਹੁਕਮ ਦਿੱਤਾ ਹੈ ਕਿ ਕਿਹਾ ਹੈ ਕਿ ਔਨ ਅਰਾਈਵਲ RT-PCR ਟੈਸਟ ਰਿਸਕ ਵਾਲੀ ਕੰਟਰੀਆਂ ਤੋਂ ਜਾਂ ਜਿਹੜਾ ਪਿਛਲੇ 14 ਦਿਨਾਂ ਤੋਂ ਇਹਨਾਂ ਕੰਟਰੀਆਂ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਉੱਥੋਂ ਆਉਣ ਵਾਲੇ ਯਾਤਰੀਆਂ ਨੂੰ ਪਹਿਲਾਂ ਤੋਂ ਹੀ ਆਪਣੀ ਜਿਹੜੇ ਟੈਸਟ ਦੀ ਬੁਕਿੰਗ ਕਰਵਾਉਣੀ ਪਵੇਗੀ।
ਹਾਈ ਰਿਸਕ ਕੰਟਰੀਜ਼ ਦੇ ਵਿੱਚ ਇੰਡੀਆ ਨੇ ਯੂਨਾਈਟਿਡ ਕਿੰਗਡਮ, ਯੂਕੇ, ਯੂਰਪ ਦੇ ਦੇਸ਼, ਅਫਰੀਕਾ, ਬ੍ਰਾਜ਼ੀਲ, ਬੋਤਸਵਾਨਾ, ਚੀਨ, ਘਾਨਾ, ਮੌਰੀਸ਼ੀਅਸ, ਨਿਊਜ਼ੀਲੈਂਡ, ਜ਼ਿੰਬਾਬਵੇ, ਤਨਜ਼ਾਨੀਆ, ਹਾਂਗਕਾਂਗ ਅਤੇ ਇਜ਼ਰਾਈਲ ਨੂੰ ਰੱਖਿਆ ਹੈ। ਅਤੇ ਇਹ ਜਿਹੜਾ ਰੂਲ ਹੈਗਾ 20 ਦਸੰਬਰ 2021 ਨੂੰ 6 ਜਿਹੜੇ ਹਵਾਈ ਅੱਡਿਆਂ 'ਤੇ ਪਹੁੰਚਣ ਵਾਲਿਆਂ ਲਈ ਲਾਗੂ ਕੀਤਾ ਜਾਵੇਗਾ। ਅਤੇ ਇਹ ਜਿਹੜੇ ਏਅਰਪੋਰਟ ਹੈਗੇ ਆ ਦਿੱਲੀ, ਬੰਬੇ, ਕਲਕੱਤਾ, ਚੇਨਈ, ਬੈਂਗਲੌਰ ਅਤੇ ਹੈਦਰਾਬਾਦ ਦੇ ਵਿੱਚ ਇਹ ਰੂਲ 20 ਦਸੰਬਰ 2021 ਤੋਂ ਲਾਗੂ ਹੋਵੇਗਾ। ਅਤੇ ਸਾਰੀਆਂ ਹੀ ਏਅਰਲਾਈਨਸ ਨੂੰ ਫਲਾਈਟਸ ਦੇ ਵਿੱਚ ਸਵਾਰ ਹੋਣ ਤੋਂ ਪਹਿਲਾਂ ਆਪਣੇ ਸਾਰੀਆਂ ਯਾਤਰੀਆਂ ਦੀ ਲਾਜ਼ਮੀ ਪ੍ਰੀ ਬੁਕਿੰਗ ਦੀ ਜਾਂਚ ਕਰਨੀ ਹੋਵੇਗੀ। ਅਤੇ ਇਹ ਵੀ ਦੱਸਿਆ ਹੈ ਕਿ ਜੇਕਰ ਕੋਈ ਪੈਸੰਜਰਸ ਪ੍ਰੀ ਬੁਕਿੰਗ ਤੋਂ ਬਿਨਾਂ ਆਉਂਦੇ ਹਨ ਅਤੇ ਉਹਨਾਂ ਨੂੰ ਰਵਾਨਗੀ ਤੋਂ ਪਹਿਲਾਂ ਏਅਰਪੋਰਟ ਤੋਂ ਹੀ ਆਪਣੀ ਬੁਕਿੰਗ ਕਰਵਾਉਣੀ ਪਵੇਗੀ, ਪਰ ਉਹਨਾਂ ਨੂੰ ਬੋਰਡਿੰਗ 'ਤੇ ਨਹੀਂ ਰੋਕਿਆ ਜਾਵੇਗਾ, ਉਹਨਾਂ ਦੀ ਬੋਰਡਿੰਗ ਕਰ ਦਿੱਤੀ ਜਾਵੇਗੀ। ਅਤੇ ਜੇਕਰ ਕੋਈ ਵਿਅਕਤੀ ਅਜਿਹਾ ਨਹੀਂ ਕਰਦਾ ਅਤੇ ਉਹਨਾਂ ਨੂੰ ਭਾਰਤ ਵਿੱਚੋਂ ਫਲਾਈਟ ਭਰਨ ਤੋਂ ਪਹਿਲਾਂ ਹਵਾਈ ਅੱਡੇ ਉੱਤੇ ਅਜਿਹਾ ਕਰਨਾ ਪਵੇਗਾ। ਅਤੇ ਇਸ ਲਈ ਜੇਕਰ ਤੁਸੀਂ ਵੀ ਕਿਸੇ ਹਾਈ ਰਿਸਕ ਕੰਟਰੀ ਤੋਂ ਭਾਰਤ ਲਈ ਫਲਾਈਟ ਲੈ ਰਹੇ ਹੋ, ਇੰਡੀਆ ਜਾ ਰਹੇ ਹੋ, ਤਾਂ ਤੁਹਾਨੂੰ ਵੀ ਉੱਥੇ ਪਹੁੰਚਣ ਤੋਂ ਪਹਿਲਾਂ ਆਪਣੇ ਟੈਸਟ ਦੀ ਪ੍ਰੀ ਬੁਕਿੰਗ ਕਰਾ ਲੈਣੀ ਚਾਹੀਦੀ ਹੈ। ਅਤੇ ਇਹ ਰੂਲ 20 ਦਸੰਬਰ 2021 ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਅਗਲੀ ਅਪਡੇਟ ਆ ਰਹੀ ਹੈ ਕਿ ਓਮਿਕਰੋਨ ਵੇਰੀਐਂਟ ਵਰਲਡ ਦੇ ਵਿੱਚ ਕਾਫੀ ਜ਼ਿਆਦਾ ਤੇਜ਼ ਗਤੀ ਨਾਲ ਫੈਲ ਰਿਹਾ ਹੈ। ਇਸ ਦੇ ਲਈ WHO ਨੇ ਅਨੁਸਾਰ ਇਹ ਵੇਰੀਐਂਟ ਹੁਣ ਤੱਕ 77 ਦੇਸ਼ਾਂ ਦੇ ਵਿੱਚ ਫੈਲ ਚੁੱਕਾ ਹੈ। ਅਤੇ ਜਿੰਨੇ ਵੀ ਵੇਰੀਐਂਟ ਆਏ ਹੈ ਉਹਨਾਂ ਦੀ ਤੁਲਨਾ ਦੇ ਵਿੱਚ ਇਹ ਵੇਰੀਐਂਟ ਦੀ ਜਿਹੜੀ ਰਫ਼ਤਾਰ ਹੈਗੀ ਆ ਬਹੁਤ ਜ਼ਿਆਦਾ ਤੇਜ਼ ਹੈ। ਅਤੇ ਇਸ ਦਾ ਜ਼ਿਆਦਾ ਪ੍ਰਭਾਵ ਆਪਾਂ ਨੂੰ UK, ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਅਤੇ ਇੰਡੀਆ ਦੇ ਵਿੱਚ ਵੀ ਹਰ ਰੋਜ਼ ਇਸ ਦੇ ਕੇਸ ਵੱਧਦੇ ਜਾ ਰਹੇ ਹਨ। ਦਿੱਲੀ ਦੇ ਵਿੱਚ ਓਮਿਕਰੋਨ ਦੇ ਨਾਲ ਅੱਜ 10 ਮਰੀਜ਼ ਮਿਲਣ ਦੇ ਨਾਲ ਨਾਲ ਉੱਥੇ ਜਿਹੜੇ 97 ਮਰੀਜ਼ ਹੋ ਚੁੱਕੇ ਹਨ ਇਸ ਓਮਿਕਰੋਨ ਵੇਰੀਐਂਟ ਨਾਲ ਪ੍ਰਭਾਵਿਤ। ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਓਮਿਕਰੋਨ ਦੀ ਤੇਜ਼ ਰਫ਼ਤਾਰ ਨੂੰ ਦੇਖਦੇ ਹੋਏ ਇਸ ਦੇ ਸਿੰਪਟਮਸ ਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੈ, ਤਾਂ ਕਿ ਸਮੇਂ ਰਹਿੰਦੇ ਹੀ ਇਹਨਾਂ ਦੇ ਇਸ ਇਨਫੈਕਸ਼ਨ ਤੋਂ ਫੈਲਣ ਤੋਂ ਰੋਕਿਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਕਰੋਨਾ ਦੇ ਹੁਣ ਤੱਕ ਦੇ ਜਿੰਨੇ ਵੀ ਸਿੰਪਟਮਸ ਦੀ ਤੁਲਨਾ ਦੇ ਵਿੱਚ ਜਿੰਨੇ ਵੀ ਸਿੰਪਟਮਸ ਹੈਗੇ ਆ ਹਲਕੇ ਹਨ। ਹਾਲਾਂਕਿ ਓਮਿਕਰੋਨ ਦੇ ਹੁਣ ਤੱਕ ਜਿੰਨੇ ਵੀ ਮਰੀਜ਼ ਮਿਲੇ ਹਨ ਉਹਨਾਂ ਦੇ ਵਿੱਚ ਇੱਕ ਲੱਛਣ ਜਿਹੜਾ ਸਿੰਪਟਮ ਆਮ ਹੈ ਉਹ ਹੈ ਗਲੇ ਦੇ ਵਿੱਚ ਖਰਾਸ਼। ਅਤੇ ਇਸ ਤੋਂ ਬਾਅਦ ਐਕਸਪਰਟਸ ਨੇ ਦੱਸਿਆ ਹੈ ਕਿ ਵੈਕਸੀਨੇਟਡ ਅਤੇ ਜਾਂ ਪਹਿਲਾਂ ਦਾ ਇਸ ਬਿਮਾਰੀ ਤੋਂ ਜਿਹੜੇ ਇਨਫੈਕਟਡ ਹੋ ਚੁੱਕੇ ਲੋਕ ਹੈ ਉਹਨਾਂ ਦੇ ਵਿੱਚ ਇਸ ਦੇ ਸਿੰਪਟਮ ਜਿਹੜੇ ਹਲਕੇ ਦਿਖਾਈ ਦੇ ਰਹੇ ਹਨ। ਹਾਲਾਂਕਿ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੈ ਉਹਨਾਂ 'ਤੇ ਇਸ ਦਾ ਅਸਰ ਪਿਛਲੇ ਵੇਰੀਐਂਟਸ ਵਰਗਾ ਹੀ ਹੈ, ਯਾਨੀ ਕਿ ਉਹਨਾਂ ਦੀ ਅਸਰ ਇਹ ਜ਼ਿਆਦਾ ਕਰ ਰਿਹਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਫਿਲਪਾਈਨ ਤੋਂ। ਫਿਲਪਾਈਨ ਦੇ ਵਿੱਚ ਇੱਕ ਤੂਫਾਨ ਆਉਣ ਦੇ ਨਾਲ ਘੱਟੋ ਘੱਟ ਉੱਥੇ 12 ਲੋਕਾਂ ਦੀ ਮੌਤ ਹੋ ਗਈ ਹੈ। ਅਤੇ ਉੱਥੇ ਭਾਰੀ ਪਹਾੜ ਆਉਣ ਦੇ ਨਾਲ ਲੋਕਾਂ ਦੀਆਂ ਘਰਾਂ ਦੀ ਛੱਤਾਂ ਵੀ ਉੱਡ ਚੁੱਕੀਆਂ ਹਨ ਅਤੇ ਕਾਫੀ ਲੋਕ ਜਿਹੜੇ ਹੈਗੇ ਆ ਘਰਾਂ ਦੇ ਵਿੱਚ ਹੀ ਫਸ ਗਏ ਹਨ। ਅਤੇ ਤੂਫਾਨ ਦੇ ਵਿੱਚ ਇੱਕ ਹੋਟਲ ਅਤੇ ਇੱਕ ਹਵਾਈ ਅੱਡਾ ਸਮੇਤ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਤੂਫਾਨ ਦੇ ਹਾਲ ਦੇ ਦਿਨਾਂ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਤੂਫਾਨਾਂ ਵਿੱਚੋਂ ਇੱਕ ਹੈ। ਅਤੇ ਤੂਫਾਨ ਦੇ ਕਰਕੇ ਕਾਫੀ ਜ਼ਿਆਦਾ ਇੱਥੇ ਬਿਜਲੀ ਦੀ ਸਪਲਾਈ ਅਤੇ ਕਮਿਊਨੀਕੇਸ਼ਨ ਸਰਵਿਸ ਵਿੱਚ ਰੁਕਾਵਟ ਆਈ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਲੰਡਨ ਤੋਂ। ਲੰਡਨ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗਣ ਦੇ ਨਾਲ 4 ਬੱਚਿਆਂ ਦੀ ਮੌਤ ਹੋ ਗਈ ਹੈ। ਅਤੇ ਅਧਿਕਾਰੀਆਂ ਦੇ ਮੁਤਾਬਕ ਲੰਡਨ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਇੱਕ ਮਕਾਨ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਅਤੇ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਫਾਈਟਰਸ ਮੌਕੇ 'ਤੇ ਪਹੁੰਚ ਗਏ ਅਤੇ ਜਿੱਥੇ ਗੰਭੀਰ ਰੂਪ ਨਾਲ ਅੱਗ ਦੇ ਨਾਲ ਝੁਲਸੇ ਹੋਏ 4 ਬੱਚਿਆਂ ਨੂੰ ਹਸਪਤਾਲ ਲਿੱਤਾ ਗਿਆ ਹੈ ਅਤੇ ਜਿੱਥੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਹੈ। ਅਤੇ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਆਪਾਂ ਦੇਖ ਲੈਂਦੇ ਹਾਂ ਅੱਜ ਦੇ ਕਰੰਸੀ ਰੇਟਸ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਨਿਊਜ਼ੀਲੈਂਡ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 51 ਰੁਪਏ 31 ਪੈਸੇ। ਇਸ ਤੋਂ ਬਾਅਦ ਦੁਬਈ ਦੇ ਦਰਾਮ ਦਾ ਰੇਟ ਚੱਲ ਰਿਹਾ ਹੈ 20 ਰੁਪਏ 69 ਪੈਸੇ। ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 53 ਰੁਪਏ 30 ਪੈਸੇ। ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 59 ਰੁਪਏ 16 ਪੈਸੇ। US ਡਾਲਰ ਦਾ ਰੇਟ ਚੱਲ ਰਿਹਾ 76 ਰੁਪਏ 1 ਪੈਸਾ। UK ਦੇ ਪੌਂਡ ਦਾ ਰੇਟ 100 ਰੁਪਏ 79 ਪੈਸੇ ਅਤੇ ਯੂਰੋ ਦਾ ਰੇਟ ਚੱਲ ਰਿਹਾ ਹੈ 85 ਰੁਪਏ 65 ਪੈਸੇ। ਇਹ ਸੀ ਕੁਝ ਦੇਸ਼ਾਂ ਦੇ ਕਰੰਸੀ ਰੇਟ। ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਅਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।